हाँ जी, ਅੱਜ ਹੈ 28 ਮਾਰਚ 2022। ਰੋਜ਼ਾਨਾ ਦੀ ਤਰ੍ਹਾਂ ਖਬਰਾਂ ਦਾ ਸਿਲਸਿਲਾ ਹੈ ਜਿਹੜਾ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਜਿਹੜੀ ਅੱਜ ਨਵੀਂ ਖਬਰ ਆਈ ਹੈ ਉਹ ਹੈ ਫਸਲ ਰਬੜ ਦੀ ਉਤਪਾਦ ਬਾਰੇ, ਰਬੜ ਦੀ ਫਸਲ ਬਾਰੇ ਖਬਰ ਇਹ ਆਈ ਹੈ ਕਿ ਜੋ ਰਬੜ ਦਾ ਵਪਾਰ ਸੀਗਾ ਪਹਿਲਾਂ ਜਿਹੜਾ ਸੀਗਾ ਉਹ ਦੱਖਣ ਅਮਰੀਕਾ ਤੋਂ ਸ਼ੁਰੂ ਹੋਇਆ ਮੰਨਿਆ ਜਾਂਦਾ। ਦੱਖਣ ਅਮਰੀਕਾ ਤੋਂ ਸ਼ੁਰੂ ਹੋਇਆ, ਬਟ ਹੁਣ ਕੀ ਹੈ ਕਿ ਉੱਤਰੀ ਭਾਰਤ ਦੇ ਵਿੱਚ ਵੀ ਜਿਹੜਾ ਇਹ ਉਤਪਾਦਨ ਦਾ ਜਿਹੜਾ ਇਹ ਪਦਾਰਥ ਹੈਗਾ ਉਸ ਨੂੰ ਵੀ ਪ੍ਰਤੀਨਿਧਤਾ ਜਿਹੜੀ ਉਹ ਮਿਲ ਰਹੀ ਹੈ। ਕੇਰਲ ਦੇ ਵਿੱਚ ਰਬੜ ਦੀਆਂ ਨਰਸਰੀਆਂ ਇੱਕ ਦਹਾਕੇ ਤੋਂ ਜਾਂ ਲੰਮੇ ਸਮੇਂ ਤੋਂ ਬਾਅਦ ਆਪਣੇ ਜੋ ਇਸ ਦਾ ਪ੍ਰਸਾਰ ਹੈ ਜਿਹੜਾ ਉਹ ਵਾਧਾ ਆਪਣੇ ਪ੍ਰਾਪਤੀਆਂ ਵੱਲ ਦੇਖਿਆ ਜਾ ਸਕਦਾ ਹੈ। ਦੇਖੋ, ਰਬੜ ਦੀ ਫਸਲ ਬਾਰੇ ਆਓ ਅਸੀਂ ਜਾਣਦੇ ਹਾਂ। ਵਪਾਰਕ ਉਤਪਾਦਨ ਦੇ ਲਈ ਕੁਦਰਤੀ ਰਬੜ ਯਾਨੀ ਕਿ ਮੈਨੀਹੋਟ ਗਲਾਊਜ਼ੀਓ VI ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਕੈਟਾਗਰੀਜ਼ ਹੈ ਉਹ ਆ ਜਾਂਦੀਆਂ, ਜਿਵੇਂ ਸੀਰਾ ਰਬੜ ਹੋ ਗਈ, ਭਾਰਤੀ ਰਬੜ ਹੋ ਗਈ, ਪਨਾਮਾ ਰਬੜ ਹੋ ਗਈ। ਬਹੁਤ ਸਾਰੀਆਂ ਜਿਹੜੀਆਂ ਇਹਦੀਆਂ ਹੈਗੀਆਂ ਉਹ ਜਾਤੀਆਂ ਕੈਟਾਗਰੀਜ਼ ਆ ਜਿਹੜੀਆਂ ਉਪਲਬਧ ਆ। ਉਹਨਾਂ ਵਿੱਚੋਂ ਹੀਵੀਆ ਬ੍ਰਿਸ ਲੇਨਸਿਸ ਕੁਦਰਤੀ ਰਬੜ ਦਾ ਸਭ ਤੋਂ ਮਹੱਤਵਪੂਰਨ ਵਪਾਰਕ ਸਰੋਤ ਹੈ ਜਿਹੜਾ। ਹੁਣ ਜੇਕਰ ਅਸੀਂ ਪਿਛੋਕੜ ਦੇਖੀਏ ਤਾਂ ਜਿਹੜੀ ਰਬੜ ਹੈ ਇਹ ਬ੍ਰਾਜ਼ੀਲ ਦੀ ਮੂਲ ਨਿਵਾਸੀ ਹੈ। ਭਾਰਤੀ ਉੱਥੋਂ ਆਈ, ਉੱਥੋਂ ਵੀ ਜਦੋਂ 1876 ਦੀ ਆਪਾਂ ਗੱਲ ਕਰਦੇ ਹਾਂ ਜਦੋਂ ਅੰਗਰੇਜ਼ਾਂ ਦਾ ਰਾਜ ਸੀਗਾ, ਤਾਂ ਇਹ ਉਦੋਂ ਏਸ਼ੀਆ ਦੇ ਵਿੱਚ ਇਸ ਚੀਜ਼ ਦਾ ਵਪਾਰ ਹੈ ਜਿਹੜਾ ਉਹ ਵਧਣਾ, ਏਸ਼ੀਆ ਦੇ ਵਿੱਚ ਇਸ ਦੀ ਐਂਟਰੀ ਹੋਈ। ਵੈਸੇ ਹੀ ਆਈ ਹੈ ਸਾਊਥ ਅਮਰੀਕਾ ਤੋਂ। ਰਬੜ ਦਾ ਮੁੱਖ ਕੁਦਰਤੀ ਆਰਡਰ ਹੈ ਜਿਹੜਾ ਯੂਫੋਰਬੀਸੀਏਸੀ ਦੇ ਨਾਲ ਸੰਬੰਧਿਤ ਹੈ। ਇਹ ਰੁੱਖ ਮਜ਼ਬੂਤ ਹੁੰਦਾ ਹੈ, ਲੰਮਾ ਹੁੰਦਾ ਹੈ ਤੇ ਛੇਤੀ ਵਧਣ ਫੁੱਲਣ ਵਾਲਾ ਹੁੰਦਾ ਹੈ। ਇਸ ਵਿੱਚ ਇੱਕ ਚੰਗੀ ਤਰ੍ਹਾਂ ਵਿਕਸਿਤ ਜਿਹੜੀ ਹੁੰਦੀ, ਬਹੁਤ ਸਾਰਾ ਜਿਹੜਾ ਤਾਪਮਾਨ ਹੈ ਇਸ ਦੇ ਅਧੀਨ, ਮਤਲਬ ਇਸ ਦਾ ਧਿਆਨ ਰੱਖਿਆ ਜਾਂਦਾ ਹੈ ਇਸ ਦੇ ਵਧਣ ਫੁੱਲਣ ਦੇ ਲਈ ਵੀ। ਹੁਣ ਦੇਖੋ, ਜਿਹੜੇ ਇਹ ਬੂਟੇ ਹੁੰਦੇ ਆ ਫਿਰ ਵੀ ਇਸਦੇ ਫੁੱਲ ਹੁੰਦੇ ਆ ਬੜੇ ਖੁਸ਼ਬੂਦਾਰ ਹੁੰਦੇ ਆ। ਭੂ-ਮੱਧ ਰੇਖਾ ਦੇ ਦੋਵੇਂ ਪਾਸੇ ਜੋ ਪੂਰਾ ਟੈਂਪਰੇਚਰ ਚਾਹੀਦਾ ਹੈ ਇਸ ਦੇ ਅਧੀਨ ਜਿਹੜੀ ਰਬੜ ਦੀ ਗਸ਼ਤ ਹੈ, ਭਾਵ ਕਿ ਇੱਕ ਢੁਕਵੇਂ ਟੈਂਪਰੇਚਰ, ਇੱਕ ਢੁਕਵਾਂ ਜਿਹੜਾ ਐਟਮੋਸਫੀਅਰ ਹੈਗਾ ਉਹ ਇਸ ਨੂੰ ਚਾਹੀਦਾ ਹੁੰਦਾ ਹੈ। ਇਹ ਮੈਦਾਨਾਂ ਦੇ ਵਿੱਚ ਜਾਂ ਪਹਾੜੀ ਖੇਤਰਾਂ ਦੀਆਂ ਢਲਾਨਾਂ ਦੇ ਵਿੱਚ ਆਉਂਦੀ ਹੈ, ਜੋ ਕਿ ਸਮੁੰਦਰ ਤਲ ਤੋਂ 300 ਤੋਂ ਲੈ ਕੇ 800 ਮੀਟਰ ਤੱਕ ਦੀ ਉਚਾਈ ਤੱਕ ਜਿਹੜਾ ਮਾਪਿਆ ਜਾ ਸਕਦਾ ਹੈ। ਇਹ ਵਿਸ਼ੇਸ਼ ਜਲਵਾਯੂ ਕੇਵਲ ਕੰਨਿਆ ਕੁਮਾਰੀ ਜਿਹੜੇ ਹੈਗੇ ਏਰੀਆਸ ਹੈਗੇ ਆ, ਜਿਵੇਂ ਤਮਿਲਨਾਡੂ ਹੋ ਗਿਆ, ਕੇਰਲਾ ਦੇ ਵਿੱਚ ਜਿਹੜਾ ਉਪਲਬਧ ਹੈ, ਜੋ ਕਿ ਰਵਾਇਤੀ ਖੇਤਰ ਦਾ ਨਿਰਮਾਣ ਕਰਦੇ ਆ। ਦੇਖੋ, ਇਸ ਦੇ ਲਈ ਵੀ ਇਹ ਜੇਕਰ ਇਸ ਦਾ ਰਬੜ ਦਾ ਉਤਪਾਦਨ ਦੇਖਿਆ ਜਾਵੇ, ਜੇ ਇਸ ਕ੍ਰੌਪ ਦਾ ਜਿਹੜੀ ਫਸਲ ਹੈ ਜਿਹੜੀ ਇਸਦੇ ਉਤਪਾਦਨ ਸੰਬੰਧੀ ਜੇ ਦੇਖਿਆ ਜਾਵੇ ਤਾਂ ਇਹ ਇੱਕ ਡੂੰਘੇ ਜਲ ਨਿਕਾਸ ਵਾਲੀਆਂ ਜਿਹੜੀਆਂ ਤੇਜ਼ਾਬੀ ਵਰਖਾ ਹੁੰਦੀ ਹੈ, ਜਦੋਂ ਉਹ ਧਰਤੀ ਦੀ ਸਤਹ ਤੇ ਪਹੁੰਚਦੀ ਹੈ, ਜਦੋਂ ਇਹ ਬੂਟਾ ਉਸ ਚੀਜ਼ ਨੂੰ ਖਿੱਚਦਾ ਹੈ, ਉਸ ਪਾਣੀ ਨੂੰ ਖਿੱਚਦਾ ਹੈ, ਤਾਂ ਪੂਰੀ ਤਰ੍ਹਾਂ ਵੱਧਦਾ ਫੁੱਲਦਾ ਹੈ। ਸੋ ਇਸ ਕਰਕੇ ਅਜਿਹੇ ਖੇਤਰਾਂ ਦੇ ਵਿੱਚ ਇਸ ਦੀ ਜਿਹੜੀ ਗਸ਼ਤ ਹੈ ਉਹ ਹੁੰਦੀ ਹੈ। ਸੋ ਇਹ ਸੀਗਾ ਆਪਣਾ ਪਹਿਲਾ ਜਿਹੜੀ ਖਬਰ ਆਈ ਹੈ। ਦੂਜੀ ਖਬਰ ਕੀ ਆਈ ਹੈ, ਬੁਨਿਆਦੀ ਅਤੇ ਕਾਨੂੰਨੀ ਅਧਿਕਾਰਾਂ ਨੂੰ ਲੈ ਕੇ ਕਿਹਾ ਗਿਆ ਹੈ ਕਿ ਦਿੱਲੀ ਹਾਈ ਕੋਰਟ ਨੇ ਸਰਕਾਰੀ ਸੁਰੱਖਿਆ ਦੇ ਅਦਾਰਿਆਂ ਦੇ ਕਰਮਚਾਰੀਆਂ ਨੂੰ ਉਹਨਾਂ ਦੇ ਬੁਨਿਆਦੀ ਅਤੇ ਕਾਨੂੰਨੀ ਅਧਿਕਾਰਾਂ ਤੋਂ ਸਿਰਫ ਇਸ ਲਈ ਵਾਂਝਾ ਨਹੀਂ ਕੀਤਾ ਜਾ ਸਕਦਾ ਜਾਂ ਕਰਦੇ ਕਿਉਂਕਿ ਉਹ ਇੱਕ ਖੁਫੀਆ ਜਾਂ ਸੁਰੱਖਿਆ ਸੰਗਠਨ ਦੇ ਵਿੱਚ ਕੰਮ ਕਰਦੇ ਆ। ਹੁਣ ਦੇਖੋ, ਫਰਕ ਕੀ ਹੁੰਦਾ ਜੇਕਰ ਅਸੀਂ ਇੱਕ ਪਾਸੇ ਬੁਨਿਆਦੀ ਅਧਿਕਾਰ ਲੈ ਲਈਏ, ਇੱਕ ਪਾਸੇ ਕਾਨੂੰਨੀ ਅਧਿਕਾਰ ਲੈ ਲਈਏ। ਕਾਨੂੰਨੀ ਅਧਿਕਾਰਾਂ ਦੀ ਰੱਖਿਆ ਇੱਕ ਆਮ ਕਾਨੂੰਨ ਦੁਆਰਾ ਕੀਤੀ ਜਾਂਦੀ ਹੈ, ਪਰ ਉਸ ਕਾਨੂੰਨ ਨੂੰ ਬਦਲ ਕੇ ਉਹਨਾਂ ਨੂੰ ਬਦਲਿਆ ਜਾ ਸਕਦਾ ਹੈ ਜਾਂ ਉਹਨਾਂ ਨੂੰ ਵਿਧਾਨ ਸਭਾ ਦਾ ਜਾਂ ਉਸ ਦੇ ਅਧੀਨ ਲਿਆ ਜਾ ਸਕਦਾ ਹੈ, ਵਿਧਾਨ ਸਭਾ ਦੇ। ਹੁਣ ਦੇਖੋ, ਬੁਨਿਆਦੀ ਅਧਿਕਾਰ ਹੈ ਜਿਹੜੇ ਉਹ ਸੰਵਿਧਾਨ ਦੁਆਰਾ ਸੁਰੱਖਿਅਤ ਅਤੇ ਗਰੰਟੀਸ਼ੁਦਾ ਹੈ ਅਤੇ ਵਿਧਾਨ ਸਭਾ ਦੁਆਰਾ ਬਣਾਏ ਗਏ ਇੱਕ ਆਮ ਕਾਨੂੰਨ ਦੁਆਰਾ ਉਸ ਨੂੰ ਖੋਹਿਆ ਨਹੀਂ ਜਾ ਸਕਦਾ ਕਿਸੇ ਵੀ ਵਿਅਕਤੀ ਵੱਲੋਂ। ਹੁਣ ਦੇਖੋ, ਕਿਸੇ ਵੀ ਅਦਾਰੇ ਵੱਲੋਂ ਜੇ ਕਿਸੇ ਵਿਅਕਤੀ ਦੇ ਕਾਨੂੰਨੀ ਅਧਿਕਾਰ ਦੀ ਉਲੰਘਣਾ ਕੀਤੀ ਜਾਂਦੀ ਹੈ ਜਾਂ ਹੁੰਦੀ ਹੈ ਤਾਂ ਉਹ ਇੱਕ ਆਮ ਅਦਾਲਤ ਦੀ ਸ਼ਰਨ ਜਿਹੜੀ ਉਹ ਇਨਸਾਨ ਲੈ ਸਕਦਾ ਹੈ। ਪਰ ਜੇ ਕਿਸੇ ਬੁਨਿਆਦੀ ਅਧਿਕਾਰ ਦੀ ਗੱਲ ਕਰਦੇ ਆ ਤਾਂ ਅਗਰ ਉਸ ਚੀਜ਼ ਦੀ ਉਲੰਘਣਾ ਹੁੰਦੀ ਹੈ ਤਾਂ ਸੰਵਿਧਾਨ ਇਹ ਵਿਵਸਥਾ ਕਰਦਾ ਹੈ, ਸਾਡਾ ਕਨਸਟੀਟਿਊਸ਼ਨ ਹੈ ਉਸ ਦੇ ਵਿੱਚ ਇਹ ਵਿਵਸਥਾ ਹੈ ਕਿ ਪ੍ਰਭਾਵਿਤ ਵਿਅਕਤੀ ਜਿਸ ਦੀ ਜਿਹੜੀ ਅਧਿਕਾਰਾਂ ਦੀ ਉਲੰਘਣਾ ਹੋਈ ਹੈ ਉਹ ਹਾਈ ਕੋਰਟ ਦੀ ਸ਼ਰਨ ਜਿਹੜੀ ਹੈ ਉਹ ਲੈ ਸਕਦਾ ਹੈ। ਇੱਥੇ ਸਾਨੂੰ ਇਹ ਨੋਟ ਕਰਨਾ ਚਾਹੀਦਾ ਹੈ ਕਿ ਜਾਇਦਾਦ ਦੇ ਅਧਿਕਾਰ ਸੰਬੰਧੀ ਜਾਂ 1978 ਤੋਂ ਪਹਿਲਾਂ ਦੀ ਵੀ ਜੇਕਰ ਅਸੀਂ ਗੱਲ ਕਰੀਏ ਤਾਂ ਉਹ ਇਸ ਦੇ ਬੁਨਿਆਦੀ ਅਧਿਕਾਰਾਂ ਦੇ ਵਿੱਚ ਇਹ ਚੀਜ਼ ਜਿਹੜੀ ਇਨਕਲੂਡ ਕੀਤੀ ਗਈ ਸੀਗੀ। ਹੁਣ ਦੇਖੋ, ਸੰਵਿਧਾਨ
ਦੀ ਸੋਧ ਹੋਈ ਸੀਗੀ 1978 ਦੀ 78 ਦੇ ਵਿੱਚ। ਜਿਹੜਾ ਇਹ ਜਾਇਦਾਦ ਸੰਬੰਧੀ ਅਧਿਕਾਰ ਸੀਗਾ, ਇਸ ਨੂੰ ਮੌਲਿਕ ਅਧਿਕਾਰ ਦੇ ਵਿੱਚੋਂ ਖੋਹ ਲਿਆ ਗਿਆ ਸੀ ਤੇ ਨਵੀਂ ਧਾਰਾ 300A ਦੇ ਤਹਿਤ ਇਸ ਨੂੰ ਕਾਨੂੰਨੀ ਅਧਿਕਾਰ ਬਣਾ ਦਿੱਤਾ ਗਿਆ ਸੀ। ਭਾਵ ਕਿ ਦੇਖੋ, ਜੇਕਰ ਮੰਨੀਏ ਕਿ ਇੱਕ ਪਰਿਵਾਰ ਹੈ ਜਿਹੜਾ ਉਹ ਬਾਹਰ ਵਸੇਬਾ ਜਿਹੜਾ ਉਸਦਾ ਹੋ ਜਾਂਦਾ ਤੇ ਉਸਦੀ ਜਾਇਦਾਦ ਹੈ ਜਿਹੜੀ ਉਹ ਇੱਥੇ ਪਈ ਹੈ। ਅਨਫੋਰਚੂਨੇਟਲੀ ਅਗਰ ਕੋਈ ਵੀ ਆਪਾਂ ਟੈਰਰਿਜ਼ਮ ਦੀ ਵੀ ਗੱਲ ਕਰੀਏ, ਕੋਈ ਵੀ ਅਗਰ ਕੁਝ ਵੀ ਜਿਹੜੀ ਹੈ ਆਪੱਤੀਜਨਕ ਜਿਹੜੀ ਉਹ ਘਟਨਾ ਹੋ ਜਾਂਦੀ ਹੈ ਤਾਂ ਉਸ ਸੰਬੰਧੀ ਅਗਰ ਕੋਈ ਜਿਹੜੀ ਵੀ ਉਸਦੀ ਜ਼ਮੀਨ ਹੁੰਦੀ ਹੈ, ਅਗਰ ਉਸਦੇ ਵਿੱਚ ਕੋਈ ਵੀ ਹਮਲਾਵਰ ਆ ਕੇ ਐਂਟਰੀ ਕਰ ਲੈਂਦਾ ਹੈ ਜਾਂ ਉਸਦੇ ਵਿੱਚ ਰਹਿੰਦਾ ਹੈ, ਤਾਂ ਅਜਿਹੇ ਸਮੇਂ ਕਿ ਉਹ ਜਿਹੜਾ ਕਾਨੂੰਨੀ ਅਧਿਕਾਰ, ਮਤਲਬ ਉਹ ਪੁਲਿਸ ਦਾ ਹੋਏਗਾ ਜਾਂ ਪੁਲਿਸ ਕਰਮੀਆਂ ਦਾ ਹੋਏਗਾ, ਕਿਉਂਕਿ ਉਸ ਟਾਈਮ ਕੀ ਹੈ ਕਿ ਉਹ ਕਾਨੂੰਨੀ ਅਧਿਕਾਰ ਉਸਦਾ ਬੁਨਿਆਦੀ ਅਧਿਕਾਰ ਨਹੀਂ ਹੁੰਦਾ ਕਿ ਉਹ ਸੰਵਿਧਾਨ ਨੂੰ ਬਚਾਉਣ ਦੇ ਲਈ, ਸਾਡੇ ਰਾਜਪਾਲ ਨੂੰ ਬਚਾਉਣ ਦੇ ਲਈ, ਦੇਸ਼ ਨੂੰ ਬਚਾਉਣ ਦੇ ਲਈ ਉਸ ਜਿਹੜੀ ਬਿਲਡਿੰਗ ਹੈ ਜੋ ਉਸਦੀ ਜਾਇਦਾਦ ਤੇ ਹੈ ਜਿਹੜਾ ਉਹ ਹਮਲਾ ਉਹ ਕਰਨ ਦੇ ਲਈ ਵਚਨਬੱਧ ਹੈ, ਹਮਲਾ ਕਰ ਸਕਦਾ। ਸੋ ਇਸ ਕਰਕੇ ਜਿਹੜੇ ਉਹ ਬਾਹਰ ਗਏ ਵਿਅਕਤੀ ਹੈ ਜਿਨ੍ਹਾਂ ਦੀ ਜਿਹੜੀ ਜ਼ਮੀਨ ਤੇ ਜਿਹੜਾ ਹਮਲਾ ਹੁੰਦਾ, ਇਸ ਦੇ ਲਈ ਉਹ ਸ਼ਰਨ ਹੈ ਜਿਹੜੀ ਉਹ ਅਦਾਲਤ ਦੀ ਨਹੀਂ ਲੈ ਕੇ ਜਾ ਸਕਦਾ। ਹੁਣ ਦੇਖੋ, ਮੌਲਿਕ ਅਧਿਕਾਰਾਂ ਨੂੰ ਕਾਰਜਪਾਲਿਕਾ, ਵਿਧਾਨਪਾਲਿਕਾ, ਨਿਆਂਪਾਲਿਕਾ ਦੇ ਹਮਲੇ ਤੋਂ ਸੁਰੱਖਿਅਤ ਰੱਖਿਆ ਜਾਂਦਾ ਹੈ। ਸਾਰੇ ਬੁਨਿਆਦੀ ਅਧਿਕਾਰ ਵਿਧਾਨਕ ਸ਼ਕਤੀਆਂ ਦੇ ਸੇਵਾਵਾਂ ਹਨ। ਕਾਨੂੰਨ ਦੀ ਗੱਲ ਕਰੀਏ ਜਾਂ ਕਾਰਜਕਾਰੀ ਕਾਰਵਾਈਆਂ ਜੋ ਵੀ ਅਜਿਹੇ ਅਧਿਕਾਰਾਂ ਨੂੰ ਘਟਾਉਂਦੀਆਂ ਜਾਂ ਉਹਨਾਂ ਦੇ ਵਿਰੁੱਧ ਆ, ਉਹ ਰੱਦ ਤੇ ਬੇਅਸਰ ਹੈ। ਸਾਡਾ ਸੰਵਿਧਾਨ ਬੁਨਿਆਦੀ ਜਿਹੜੇ ਅਧਿਕਾਰਾਂ ਨੂੰ ਲਾਗੂ ਕਰਨ ਦੇ ਲਈ ਸੁਪਰੀਮ ਕੋਰਟ ਦੀ ਸ਼ਰਨ ਦੀ ਗਾਰੰਟੀ ਦਿੰਦਾ ਹੈ ਕਿ ਅਸੀਂ ਜਾ ਸਕਦੇ ਹਾਂ। ਦੇਖੋ, ਇਸ ਤਰ੍ਹਾਂ ਉਪਾਏ ਆਪਣੇ ਆਪ ਦੇ ਵਿੱਚ ਇੱਕ ਬੁਨਿਆਦੀ ਅਧਿਕਾਰ ਹੈਗਾ, ਕਿਸੇ ਸਮੱਸਿਆ ਦਾ ਹੱਲ ਕੱਢਣਾ। ਇਹ ਸਾਨੂੰ ਹੋਰ ਅਧਿਕਾਰਾਂ ਤੋਂ ਅਲੱਗ ਹੈ ਜਿਹੜਾ ਉਹ ਕਰਦਾ ਹੈ। ਸੁਪਰੀਮ ਕੋਰਟ ਬੁਨਿਆਦੀ ਅਧਿਕਾਰਾਂ ਦੀ ਸਰਪ੍ਰਸਤ ਹੈ। ਇਸ ਤੋਂ ਇਲਾਵਾ ਜੇਕਰ ਸਾਡੇ ਸਾਰੇ ਬੁਨਿਆਦੀ ਜਿਹੜੇ ਸੰਵਿਧਾਨਿਕ ਜਿਹੜੀ ਸਾਨੂੰ ਅਧਿਕਾਰ ਮਿਲੇ ਹੋਏ ਆ, ਉਹ ਸਾਰੇ ਹੀ ਬੁਨਿਆਦੀ ਅਧਿਕਾਰ ਨਹੀਂ ਹੈ। ਜਿਵੇਂ ਕਾਨੂੰਨ ਦਾ ਅਧਿਕਾਰ ਹੈ, ਜਾਇਦਾਦ ਦਾ ਅਧਿਕਾਰ ਹੈ, ਵਪਾਰ ਦੀ ਆਜ਼ਾਦੀ ਹੈ, ਇਹਨਾਂ ਤੋਂ ਬਿਨਾਂ ਕਰਾਤਾਨ ਦੇ ਅਧੀਨ ਨਾ ਹੋਣ ਦਾ ਅਧਿਕਾਰ ਹੈ, ਜਾਂ ਫਿਰ ਬੁਨਿਆਦੀ ਅਧਿਕਾਰ ਨੂੰ ਕੀ ਹੈ ਕਿ ਇੱਕ ਲੈਵਲ ਤੇ ਮਾਫ ਨਹੀਂ ਕੀਤਾ ਜਾ ਸਕਦਾ। ਇੱਕ ਸਧਾਰਨ ਕਾਨੂੰਨੀ ਅਧਿਕਾਰ ਨੂੰ ਇੱਕ ਵਿਅਕਤੀ ਦੁਆਰਾ ਕੀ ਹੈ ਛੱਡਿਆ ਜਾ ਸਕਦਾ ਹੈ। ਸੋ ਇਹ ਸੀਗਾ ਮੁੱਦਾ ਸੈਕੰਡ ਜੋ ਆਪਣਾ ਦੂਜਾ ਆਇਆ ਹੈ, ਉਹ ਕਾਨੂੰਨ ਅਧਿਕਾਰਾਂ ਦੇ ਬਾਰੇ। ਤੀਜੀ ਜੋ ਆਪਣੇ ਕੋਲ ਖਬਰ ਆਈ ਹੈ ਉਹ ਹੈ ਤਰਲ ਕੁਦਰਤੀ ਗੈਸ। ਦੇਖੋ, ਖਬਰ ਇਹ ਆਈ ਹੈ ਕਿ ਅਮਰੀਕਾ ਜਿਹੜਾ ਹੈ ਉਹ 2030 ਤੱਕ ਯੂਰਪੀ ਸੰਘ ਨੂੰ ਘੱਟੋ ਘੱਟ 50 BCM ਦੀ LNG ਸਪਲਾਈ ਹੈ ਉਹ ਕਰੇਗਾ। ਇਸ ਦਾ ਭਾਵ ਇਹ ਹੈ ਕਿ ਇਹ ਰੂਸੀ ਊਰਜਾ ਨਿਰਯਾਤ ਤੇ ਯੂਰਪ ਦੀ ਨਿਰਭਰਤਾ ਨੂੰ ਘਟਾਉਣ ਦੇ ਲਈ, ਜਾਂ ਇਸ ਦਾ ਯੂਰਪ ਤੇ ਕ੍ਰਿਮੀਨਲ ਜਿੰਨਾ ਵੀ ਇਹ ਜਿਹੜਾ ਪ੍ਰਭਾਵ ਅਸੀਂ ਦੇਖ ਰਹੇ ਹਾਂ ਉਸ ਨੂੰ ਬੇਅਸਰ ਕਰਨ ਦੇ ਲਈ ਇਹ ਤਕਨੀਕੀ ਹੈ ਜਿਹੜੇ ਇਹ ਉਪਰਾਲੇ ਆ ਉਹ ਕੀਤੇ ਜਾ ਰਹੇ ਹਨ। ਹੁਣ ਦੇਖੋ, ਤਰਲ ਪਦਾਰਥ ਕੁਦਰਤੀ ਗੈਸ ਬਾਰੇ ਅਸੀਂ ਜਾਣਦੇ ਹਾਂ ਕਿ ਤਰਲ ਕੁਦਰਤੀ ਗੈਸ ਕੀ ਹੈਗਾ। ਇਹ ਕੁਝ ਗੈਸਾਂ ਦਾ ਮਿਸ਼ਰਣ ਹੁੰਦਾ ਹੈ ਤੇ ਕੁਦਰਤੀ ਗੈਸ। ਹੁਣ ਦੇਖੋ, ਅਗਰ ਜਿਸ ਨੂੰ ਗੈਰ ਦਬਾਅ ਵਾਲੇ ਸਟੋਰੇਜ ਜਾਂ ਟਰਾਂਸਪੋਰਟ ਦੀ ਆਸਾਨੀ ਦੇ ਨਾਲ ਜਾਂ ਸੁਰੱਖਿਆ ਦੇ ਲਈ ਤਰਲ ਰੂਪ ਦੇ ਵਿੱਚ ਠੰਡਾ ਕੀਤਾ ਜਾਂਦਾ ਹੈ। ਇੱਕ ਗੈਸ ਹੁੰਦੀ ਹੈ, ਗੈਸ ਦਾ ਫਲੋ ਹੁੰਦਾ, ਜਿਹੜਾ ਫਲੋ ਹੁੰਦਾ ਉਹ ਬਹੁਤ ਜ਼ਿਆਦਾ ਹੁੰਦਾ ਹੈ। ਉਸਨੂੰ ਬਹੁਤ ਉੱਚ ਟੈਂਪਰੇਚਰ ਤੇ ਜਿਹੜੀ ਉਹ ਗੈਸ ਹੁੰਦੀ ਹੈ ਉਸਨੂੰ ਠੰਡਾ ਕਰ ਲਿਆ ਜਾਂਦਾ ਹੈ, ਤੇ ਜਦੋਂ ਉਹ ਠੰਡਾ ਹੋ ਜਾਂਦਾ ਤਾਂ ਲਿਕੁਇਡ ਫਾਰਮ ਦੇ ਵਿੱਚ ਇੱਕ ਤਰਲ ਪਦਾਰਥ ਦੇ ਫਾਰਮ ਦੇ ਵਿੱਚ ਬਣ ਜਾਂਦਾ ਹੈ। ਉਸਨੂੰ ਸਟੋਰ ਕੀਤਾ ਜਾਂਦਾ, ਫਿਰ ਉਸਦਾ ਜੋ ਕੀ ਹੈ ਕਿ ਉਸਦੀ ਜਿਹੜੇ ਟ੍ਰਾਂਸਫਰ ਹੈ ਉਹ ਕੀਤੀ ਜਾਂਦੀ, ਸਪਲਾਈ ਕਰਨਾ ਬੜਾ ਸੌਖਾ ਹੋ ਜਾਂਦਾ ਉਸ ਚੀਜ਼ ਨੂੰ। ਫਿਰ ਉਸ ਤੋਂ ਬਾਅਦ ਅਗਰ ਆਸਾਨੀ ਦੇ ਨਾਲ ਉਸਨੂੰ ਕੀ ਹੈ ਕਿ ਲੈ ਕੇ ਵੀ ਜਾਇਆ ਜਾ ਸਕਦਾ। ਹੁਣ ਅਗਰ ਗੈਸ ਦੀ ਲੋੜ ਪੈਂਦੀ ਹੈ ਤਾਂ ਲਿਕੁਇਡ ਫਾਰਮ ਫਿਰ ਦੁਬਾਰਾ ਜਦੋਂ ਧਰਤੀ ਦੀ ਸਤ੍ਹਾ ਜਾਂ ਖੁੱਲੇ ਇੱਕ ਬਾਕਸ ਦੇ ਵਿੱਚ ਜਦੋਂ ਉਸਨੂੰ ਖੋਲਿਆ ਜਾਂਦਾ ਤਾਂ ਵੀ ਉਹ ਕੀ ਹੈ ਕਿ ਫਿਰ ਦੁਬਾਰਾ ਉਹ ਚੀਜ਼ ਲਿਕੁਇਡ ਚੀਜ਼ ਆ ਉਹ ਗੈਸ ਦਾ ਰੂਪ ਦੇ ਵਿੱਚ ਬਦਲ ਜਾਂਦੀ ਹੈ। ਸੋ ਇਹ ਗੈਸੀ ਅਵਸਥਾ ਦੇ ਵਿੱਚ ਕੁਦਰਤੀ ਗੈਸ ਦੇ ਆਇਤਨ ਦਾ 1/600ਵਾਂ ਜਿਹੜਾ ਹਿੱਸਾ ਉਹ ਲੈਂਦਾ ਹੈ। ਹੁਣ ਜਿਹੜੀ ਇਹ ਗੈਸ ਹੈ ਇਹ ਰੰਗਹੀਣ ਹੁੰਦੀ ਹੈ, ਗੈਰ ਜ਼ਹਿਰੀਲਾ, ਨਾ ਖੋਰਨ ਵਾਲਾ ਪਦਾਰਥ ਹੁੰਦਾ ਹੈ। ਖਤਰਿਆਂ ਦੇ ਵਿੱਚ ਸ਼ਾਮਲ ਵਾਪਸੀ ਕਰਨ ਦੇ ਬਾਅਦ ਗੈਸ ਅਵਸਥਾ ਫਿਰ ਦੁਬਾਰਾ ਆਪਣੇ ਜਿਹੜੇ ਗੈਸ ਦੇ ਗੁਣ ਹੁੰਦੇ ਆ ਦੁਬਾਰਾ ਉਸੇ ਪੋਜੀਸ਼ਨ ਦੇ ਵਿੱਚ ਦੁਬਾਰਾ ਆ ਜਾਂਦੀ ਹੈ। ਹੁਣ
ਚੌਥਾ ਜਿਹੜਾ ਸਾਡੇ ਕੋਲ ਖਬਰ ਆਈ ਹੈ ਉਹ ਹੈ ਭਾਰਤ ਦੀ ਪੁਲਾੜ ਆਰਥਿਕਤਾ। ਕੀ ਹੈ ਕਿ ਤਿਰੂਵਨੰਤਮਪੁਰ ਦੇ ਵਿੱਚ ਦੋ ਪ੍ਰਮੁੱਖ ਖੋਜ ਅਤੇ ਵਿਦਿਅਕ ਅਦਾਰਿਆਂ ਦਰਮਿਆਨ ਇੱਕ ਸਹਿਯੋਗ ਨੇ ਭਾਰਤ ਦੀ ਪੁਲਾੜ ਆਰਥਿਕਤਾ ਤੇ ਚਾਨਣਾ ਪਾਇਆ, ਜਿਸ ਦੀ ਰੂਪਰੇਖਾ ਕਾਫੀ ਹੱਦ ਤੱਕ ਅਸਪਸ਼ਟ ਹੈ, ਜਦੋਂ ਕਿ ਭਾਰਤ ਦਾ ਪੁਲਾੜ ਪ੍ਰੋਗਰਾਮ ਛਾਲਾਂ ਅਤੇ ਸੀਮਾਵਾਂ ਦੇ ਨਾਲ ਕੀ ਹੈ ਵਧਿਆ, ਉਸਦਾ ਵਿਕਾਸ ਹੋਇਆ। ਦੇਖੋ ਖਬਰ ਇਹ ਆਈ ਹੈ, ਅਗਰ ਅਸੀਂ ਦੇਖਦੇ ਡੂੰਘਾਈ ਦੇ ਨਾਲ ਦੇਖੀਏ ਤਾਂ ਉਹਨਾਂ ਨੇ ਪਾਇਆ ਕਿ ਅਨੁਮਾਨਿਤ ਆਕਾਰ GDP ਦੇ ਪ੍ਰਤੀਸ਼ਤ ਰੂਪ ਦੇ ਵਿੱਚ ਜੇਕਰ ਅਸੀਂ ਗੱਲ ਕਰਦੇ ਹਾਂ 2011 ਤੋਂ 12 ਦੀ, ਤਾਂ ਕੀ ਹੈ ਕਿ 26 ਦਾ ਵਾਧਾ ਹੋਇਆ 0.26% ਤੋਂ ਖਿਸਕ ਕੇ ਹੁਣ ਤੱਕ ਦੇ ਜੋ 20ਵੇਂ ਤੇ 21ਵੇਂ 2020 ਤੋਂ ਲੈ ਕੇ 21 ਤੱਕ ਦੇ ਵਿੱਚ ਇਹ ਹੈਗਾ 0.19% ਦਾ ਉਹ ਹੋ ਗਿਆ। ਉਹਨਾਂ ਨੇ ਕੀ ਹੈ ਪੁਲਾੜ ਨਾਲ ਸੰਬੰਧਿਤ ਗਤੀਵਿਧੀਆਂ ਦੇ ਲਈ ਬਜਟ ਵਿੱਚ ਆਈ ਗਿਰਾਵਟ ਵੀ ਦੇਖੀ ਹੈ, ਜਿਸ ਦੇ ਨਾਲ ਪਿਛਲੇ 2 ਸਾਲਾਂ ਦੇ ਵਿੱਚ ਅਰਥ ਵਿਵਸਥਾ, ਇਸ ਦੇ ਅਧੀਨ ਜਿਹੜੀ ਅਰਥ ਵਿਵਸਥਾ ਉਸ ਦੇ ਵਿੱਚ ਵੀ ਕਮੀ ਆ ਗਈ ਹੈ, ਗਿਰਾਵਟ ਆ ਗਈ ਹੈ। ਹੁਣ ਭਾਰਤ ਦੇ ਜਿਹੜੇ ਪੁਲਾੜ ਪ੍ਰੋਗਰਾਮ ਹੋਏ ਹੈ ਇਹਨਾਂ ਬਾਰੇ ਅਸੀਂ ਜਾਣਦੇ ਹਾਂ। ਪੁਲਾੜ ਖੋਜ ਦੀਆਂ ਗਤੀਵਿਧੀਆਂ 1960 ਦੇ ਦਹਾਕੇ ਦੇ ਸ਼ੁਰੂ ਵਿੱਚ ਭਾਰਤ ਦੇ ਵਿੱਚ ਸ਼ੁਰੂ ਕੀਤੀਆਂ ਗਈਆਂ ਸਨ, ਜਦੋਂ ਸੈਟੇਲਾਈਟ ਦੀ ਵਰਤੋਂ ਕਰਨ ਦੇ ਲਈ ਐਪਲੀਕੇਸ਼ਨਾਂ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਵੀ ਪ੍ਰਯੋਗਾਤਮਕ ਪੜਾਵਾਂ ਦੇ ਵਿੱਚ ਸਨ। ਕੰਟੀਨਿਊਸਲੀ ਉਹ ਕੰਮ ਹੋ ਰਿਹਾ ਸੀ। ਅਮਰੀਕੀ ਸੈਟੇਲਾਈਟ ਸਿਨਕੋਮ 3 ਵੱਲੋਂ ਸੰਚਾਰ ਉਪਗ੍ਰਹਿਾਂ ਦੀ ਸ਼ਕਤੀ ਦਾ ਪ੍ਰਦਰਸ਼ਨ ਕਰਦੇ ਹੋਏ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਟੋਕੀਓ ਓਲੰਪਿਕ ਖੇਡਾਂ ਦੇ ਲਾਈਵ ਟ੍ਰਾਂਸਮਿਸ਼ਨ ਨਾਲ ਭਾਰਤੀ ਪੁਲਾੜ ਪ੍ਰੋਗਰਾਮ ਦੇ ਸੰਸਥਾਪਕ ਡਾਕਟਰ ਵਿਕਰਮ ਸਾਰਾਭਾਈ ਨੇ ਭਾਰਤ ਦੇ ਲਈ ਪੁਲਾੜ ਤਕਨਾਲੋਜੀਆਂ ਦੇ ਲਾਭਾਂ ਨੂੰ ਬੜੀ ਤੇਜ਼ੀ ਨਾਲ ਪਛਾਣ ਲਿਆ ਸੀਗਾ। ਪਹਿਲੇ ਕਦਮ ਵਜੋਂ ਪਰਮਾਣੂ ਊਰਜਾ ਵਿਭਾਗ ਨੇ 1962 ਦੇ ਵਿੱਚ ਇਹਨਾਂ ਦੀ ਡਾਕਟਰ ਸਾਰਾਭਾਈ ਦੀ ਸਹਾਇਤਾ ਦੇ ਨਾਲ ਤੇ ਰਮਾਨਾਥਨ ਦੀ ਅਗਵਾਈ ਦੇ ਵਿੱਚ ਇੰਕੋਸਪਾਰ ਯਾਨੀ ਕਿ ਇੰਡੀਅਨ ਨੈਸ਼ਨਲ ਕਮੇਟੀ ਫॉर ਸਪੇਸ ਰਿਸਰਚ ਦਾ ਗਠਨ ਕੀਤਾ। ਇੱਕ ਕਮੇਟੀ ਬਣਾਈ, ਉਸ ਦਾ ਗਠਨ ਕੀਤਾ। ਭਾਰਤੀ ਪੁਲਾੜ ਖੋਜ ਸੰਗਠਨ ਦਾ ਗਠਨ ਹੋਇਆ। ਬਾਅਦ ਦੇ ਵਿੱਚ ਇਸ ਨੂੰ ਮੁਕੰਮਲ ਕੀਤਾ ਗਿਆ। ਇਸ ਦਾ ਮੁੱਖ ਉਦੇਸ਼ ਕੀ ਸੀਗਾ ਕਿ ਤਕਨੀਕੀ ਜੋ ਪੁਲਾੜ ਸੰਬੰਧੀ ਟੈਕਨੋਲੋਜੀ ਅਤੇ ਵੱਖ-ਵੱਖ ਰਾਸ਼ਟਰੀ ਲੋੜਾਂ ਦੇ ਲਈ ਇਸ ਦੀ ਵਰਤੋਂ ਨੂੰ ਵਿਕਸਿਤ ਕਰਨਾ। ਇਹ ਦੁਨੀਆ ਦੀਆਂ 6 ਸਭ ਤੋਂ ਵੱਡੀਆਂ ਪੁਲਾੜ ਏਜੰਸੀਆਂ ਵਿੱਚੋਂ ਇੱਕ ਹੈ। ਪੁਲਾੜ ਵਿਭਾਗ ਤੇ ਪੁਲਾੜ ਕਮਿਸ਼ਨ ਦੀ ਸਥਾਪਨਾ ਹੈਗੀ ਸੀਗੀ ਜਿਹੜੀ ਉਹ 1972 ਈਸਵੀ ਦੇ ਵਿੱਚ ਹੋਈ ਸੀ ਅਤੇ ਇਸਰੋ ਨੂੰ 1 ਜੂਨ 1972 ਨੂੰ ਡਾਂਸ ਦੇ ਅਧੀਨ ਹੈ ਜਿਹੜਾ ਉਹ ਲਿਆਂਦਾ ਗਿਆ ਸੀ। 2 ਪ੍ਰਮੁੱਖ ਸੰਚਾਲਨ ਪ੍ਰਣਾਲੀਆਂ ਸਥਾਪਿਤ ਕੀਤੀਆਂ ਗਈਆਂ ਸਨ। ਦੂਰ ਸੰਚਾਰ, ਟੈਲੀਵਿਜ਼ਨ ਪ੍ਰਸਾਰਣ ਅਤੇ ਮੌਸਮੀ ਵਿਭਾਗ ਦੀਆਂ ਸੇਵਾਵਾਂ ਦੇ ਲਈ ਇੰਡੀਅਨ ਨੈਸ਼ਨਲ ਸੈਟੇਲਾਈਟ ਅਤੇ ਕੁਦਰਤੀ ਸਰੋਤਾਂ ਦੀ ਨਿਗਰਾਨੀ ਪ੍ਰਬੰਧਨ ਤੇ ਆਪਦਾ ਪ੍ਰਬੰਧਨ ਦੀ ਸਹਾਇਤਾ ਦੇ ਲਈ ਇੱਕ ਰਿਮੋਟ ਸੈਂਸਿੰਗ ਸੈਟੇਲਾਈਟ ਦਾ ਆਯੋਜਨ ਹੈ ਜਿਹੜਾ ਉਹ ਕੀਤਾ ਗਿਆ ਸੀਗਾ। ਸੋ ਇਹ ਸੀਗਾ ਭਾਰਤ ਦੇ ਪੁਲਾੜ ਪ੍ਰੋਗਰਾਮਾਂ ਦਾ ਵੇਰਵਾ, ਉਸ ਸੰਬੰਧੀ ਵੇਰਵਾ। ਹੁਣ ਜਿਹੜੀ 5ਵੀਂ ਸਾਡੇ ਕੋਲ ਖਬਰ ਆਈ ਹੈ ਉਹ ਹੈ ਮੁਕਤ ਵਪਾਰ ਇਕਰਾਰਨਾਮਾ। ਖਬਰ ਇਹ ਹੈ ਕਿ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਦਰਮਿਆਨ ਮੁਕਤ ਵਪਾਰਕ ਸਮਝੌਤਾ ਹੋਇਆ। ਇਸ ਸਾਲ 1 ਮਈ ਤੋਂ ਲਾਗੂ ਹੋਣ ਦੀ ਜਿਹੜੀ ਇਸ ਦੀ ਸੰਭਾਵਨਾ ਹੈ, ਜਿਸ ਦੇ ਤਹਿਤ ਟੈਕਸਟਾਈਲ, ਖੇਤੀਬਾੜੀ ਸੰਬੰਧਿਤ ਖੇਤੀਬਾੜੀ ਦੇ ਵਿੱਚ ਸੁੱਕੇ ਮੇਵੇ, ਰਤਨ ਤੇ ਗਹਿਣਿਆਂ ਵਰਗੇ ਖੇਤਰਾਂ ਤੋਂ ਲਗਭਗ 6090 ਵਸਤਾਂ ਤੇ ਘਰੇਲੂ ਨਿਰਯਾਤ ਤੱਕ ਜਿਹੜੇ ਹੈਗੇ ਆ, ਜਿਹੜੇ ਨਿਰਯਾਤ ਨਾਲ ਸੰਬੰਧਿਤ ਹੈ, ਡਿਊਟੀ ਮੁਕਤ ਹੋਣਗੇ। UAE ਦੇ ਬਾਜ਼ਾਰ ਵਣਜ ਨੂੰ ਲੈ ਕੇ ਉਦਯੋਗ ਮੰਤਰੀ ਪਿਊਸ਼ ਗੋਇਲ ਤੱਕ ਪਹੁੰਚ ਜਿਹੜੀ ਉਹਨਾਂ ਨੂੰ ਉਹ ਮਿਲੇਗੀ। ਹੁਣ ਦੇਖੋ ਇਹ ਜਿਹੜਾ ਹੈ ਮੁਕਤ ਵਪਾਰਕ ਸਮਝੌਤਾ ਹੈ ਉਹ ਕੀ ਹੈ? ਅੰਤਰਰਾਸ਼ਟਰੀ ਸੰਧੀ ਕਾਨੂੰਨ ਹੈ। ਉਸ ਦੇ ਅਨੁਸਾਰ ਜਿੰਨੇ ਵੀ ਸਹਿਯੋਗੀ ਹੈ ਜਿਹੜੇ ਇਨਵੈਸਟਮੈਂਟ ਕਰਦੇ ਆ, ਰਾਜਾਂ ਦੇ ਵਿਚਾਰ ਇਸ ਦੇ ਪ੍ਰਭਾਵ ਅਧੀਨ ਕੀ ਹੋਏਗਾ ਕਿ ਇੱਕ ਮੁਕਤ ਵਪਾਰ ਖੇਤਰ ਬਣਾਉਣ ਦੇ ਲਈ ਜਿਹੜਾ ਇਹ ਸੰਗਠਨ ਹੈ ਇੱਕ ਸਮਝੌਤਾ ਕੀਤਾ ਗਿਆ। ਦੁਵੱਲੇ ਅਤੇ ਬਹੁਪੱਖੀ ਵਪਾਰ ਸਮਝੌਤੇ 2 ਤਰ੍ਹਾਂ ਦੇ ਹੁੰਦੇ ਆ। ਦੁਵੱਲੇ ਵਪਾਰ ਸਮਝੌਤੇ ਉਹ ਹੁੰਦੇ ਆ ਜਦੋਂ ਦੋਵੇਂ ਦੇਸ਼ ਆਮ ਤੌਰ ਤੇ ਕਾਰੋਬਾਰੀ ਮੌਕਿਆਂ ਦਾ ਵਿਸਥਾਰ ਕਰਨ ਦੇ ਲਈ ਤੇ ਉਹਨਾਂ ਵਿਚਕਾਰ ਵਪਾਰਕ ਜਿਹੜੀਆਂ ਪਾਬੰਦੀਆਂ ਹੁੰਦੀਆਂ ਉਹਨਾਂ ਦੇ ਵਿੱਚ ਢਿੱਲ ਕਰਨ ਦੇ ਲਈ ਸਹਿਮਤ ਹੁੰਦੇ ਆ। ਬਹੁਪੱਖੀ ਵਪਾਰ ਸਮਝੌਤੇ 3 ਜਾਂ ਵਧੇਰੇ ਦੇਸ਼ਾਂ ਦਰਮਿਆਨ ਹੁੰਦੇ ਆ ਤੇ ਗੱਲਬਾਤ ਕਰਨਾ,
ਸਹਿਮਤ ਹੋਣਾ ਸਭ ਤੋਂ ਮੁਸ਼ਕਲ ਹੁੰਦਾ ਹੈ, ਕਿਉਂਕਿ ਉਨੇ ਹੀ ਵਿਚਾਰ ਹੈ ਜਿਹੜੇ ਉਹ ਕਿਸੇ ਵੀ ਵਪਾਰਕ ਸਮਝੌਤੇ ਪ੍ਰਤੀ ਉਹ ਹਰ ਇੱਕ ਦੇਸ਼ ਦੇ ਹੈ ਉਹ ਅਲੱਗ-ਅਲੱਗ ਹੋਣਗੇ। ਹੁਣ FTA ਜਾਂ ਵਪਾਰਕ ਸਮਝੌਤਿਆਂ ਦਾ ਜਿਹੜਾ ਇਹ ਇੱਕ ਰੂਪ ਹੈ ਜੋ ਵਪਾਰ ਦੀਆਂ ਰੁਕਾਵਟਾਂ ਨੂੰ ਘਟਾਉਂਦਾ ਹੈ, ਜਿੰਨੀਆਂ ਵੀ ਵਪਾਰ ਸੰਬੰਧੀ ਜਿਹੜੀਆਂ ਰੁਕਾਵਟਾਂ ਹੈਗੀਆਂ ਉਹਨਾਂ ਨੂੰ ਘਟਾਉਂਦਾ ਹੈਗਾ ਜਾਂ ਖਤਮ ਕਰਨ ਦੇ ਟੀਚੇ ਨਾਲ ਜਿਹੜੇ ਆਯਾਤ ਅਤੇ ਨਿਰਯਾਤ ਦਾ ਜਿਹੜਾ ਸਿਸਟਮ ਹੈ, ਦੇਸ਼ਾਂ ਉੱਤੇ ਲਗਾਏ ਜਾਣ ਵਾਲੇ ਟੈਰਿਫ ਅਤੇ ਡਿਊਟੀਆਂ ਨੂੰ ਉਹਨਾਂ ਦੀਆਂ ਨੂੰ ਜਿਹੜਾ ਨਿਰਧਾਰਿਤ ਕਰਦਾ ਹੈ। ਸੋ ਇਸ ਤਰ੍ਹਾਂ ਇਹ ਸਾਰਾ ਜੋ ਵਿਚਲਾ ਇੱਕ ਦੇਸ਼ ਦੇ ਵਿਚਲਾ ਇਹ ਜਿਹੜਾ ਰਾਜ ਭਾਗ ਦਾ ਕੰਮ ਹੈਗਾ ਤੇ ਅੰਤਰਰਾਸ਼ਟਰੀ ਲੈਵਲ ਤੇ ਇਹਨਾਂ ਨੂੰ ਇੱਕ ਸੁਲਝਾਉਣ ਦਾ ਕੰਮ ਕਰਦਾ ਤੇ ਇਸੇ ਤਰ੍ਹਾਂ ਇਹ ਟ੍ਰੇਡ ਨੂੰ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਜਾਣ ਦੇ ਲਈ ਉਤਸ਼ਾਹਿਤ ਕਰਦਾ ਹੈ। ਅਜਿਹੇ ਸਮਝੌਤੇ ਆਮ ਤੌਰ ਤੇ ਤਰਜੀਹੀ ਟੈਰਿਫ ਇਲਾਜ ਪ੍ਰਦਾਨ ਕਰਨ ਦੇ ਲਈ ਇੱਕ ਅਧਿਆਇ ਤੇ ਕੇਂਦਰਿਤ ਹੁੰਦੇ ਆ, ਪਰ ਇਹਨਾਂ ਵਿੱਚ ਅਕਸਰ ਨਿਵੇਸ਼ ਹੋ ਗਿਆ, ਬੌਧਿਕ ਜਾਇਦਾਦ, ਸਰਕਾਰੀ ਖਰੀਦ, ਤਕਨੀਕੀ ਮਿਆਰਾਂ ਤੇ ਸਵੱਛਤਾ ਅਤੇ ਜਿੰਨੀਆਂ ਵੀ ਹੋਰ ਜਿਹੜੇ ਬਾਕੀ ਸਾਰੇ ਮੁੱਦੇ ਹੋਣਗੇ ਖੇਤਰਾਂ ਨਾਲ ਸੰਬੰਧਿਤ ਜਾਂ ਉਹਨਾਂ ਵਿੱਚ ਵਪਾਰਕ ਸੁਵਿਧਾ ਜਾਂ ਨਿਯਮ ਬਣਾਉਣ ਦੀਆਂ ਧਾਰਨਾਵਾਂ ਜਿਹੜੀਆਂ ਸਾਰੇ ਮੁੱਦੇ ਆ ਉਹ ਸ਼ਾਮਿਲ ਹੁੰਦੇ ਆ। ਟੈਰਿਫ ਅਤੇ ਵਪਾਰ ਬਾਰੇ ਆਮ ਸਮਝੌਤੇ ਇੱਕ ਮੁਕਤ ਵਪਾਰ ਸਮਝੌਤਿਆਂ ਨੂੰ ਪਰਿਭਾਸ਼ਿਤ ਕਰਦਾ ਹੈ ਜੋ ਕੇਵਲ ਵਸਤੂਆਂ ਦੇ ਵਿੱਚ ਵਪਾਰ ਨੂੰ ਹੈ ਜਿਹੜਾ ਉਹ ਅੰਕਿਤ ਕੀਤਾ ਜਾਂਦਾ ਹੈ, ਸ਼ਾਮਿਲ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦੇ ਉਦੇਸ਼ ਦੇ ਨਾਲ ਇੱਕ ਸਮਝੌਤਾ ਜਿਵੇਂ ਉਸਦੇ ਵਿੱਚ ਕਿਹੜੀਆਂ ਜਿਵੇਂ ਸੇਵਾਵਾਂ ਦੇ ਵਿੱਚ ਵਪਾਰ ਦੇ ਉਦਾਰੀਕਰਨ ਨੂੰ ਵਧਾਉਣ ਦੇ ਲਈ ਨੂੰ ਸੇਵਾ ਦੇ ਵਿੱਚ ਵਪਾਰ ਬਾਰੇ ਆਮ ਸਮਝੌਤੇ ਦੇ ਆਰਟੀਕਲ 5 ਦੇ ਤਹਿਤ ਇੱਕ ਇਹ ਆਰਥਿਕ ਏਕੀਕਰਨ ਸਮਝੌਤੇ ਵਜੋਂ ਨਾਮਜ਼ਦ ਕੀਤਾ ਗਿਆ, ਤਾਂ ਕਰਕੇ ਜੋ ਰਾਜ ਭਾਗ ਦੇ ਅੰਦਰ ਵੀ ਵਪਾਰ ਹੈ ਜਿਹੜਾ ਮੁਕਤ ਵਪਾਰ ਦੀ ਵਿਵਸਥਾ ਨੂੰ ਵਧਾਇਆ ਜਾ ਸਕੇ। ਅਗਰ ਉਸ ਅਕੋਰਡਿੰਗ ਜਿਹੜੀ ਹੈ ਉਹ ਵਿਵਸਥਾ ਵਧੇਗੀ ਤਾਂ ਆਟੋਮੈਟਿਕਲੀ ਇੰਟਰਨੈਸ਼ਨਲ ਟ੍ਰੇਡ ਹੈ ਜਿਹੜਾ ਉਹ ਸਕਸੈਸਫੁਲ ਹੋਏਗਾ। ਸੋ ਛੇਵੀਂ ਜਿਹੜੀ ਸਾਡੇ ਕੋਲ ਖਬਰ ਆਈ ਹੈ ਉਹ ਹੈ ਬਹੁ ਖੇਤਰੀ ਤਕਨੀਕੀ ਅਤੇ ਆਰਥਿਕ ਸਹਿਯੋਗ ਦੇ ਲਈ ਬੰਗਾਲ ਦੀ ਖਾੜੀ ਦੀ ਪਹਿਲਕਦਮੀ। ਹੁਣ ਕੀ ਹੈਗਾ ਇਸ ਨੂੰ ਬਿਸਮਟੈਕ ਜਿਹੜਾ ਨਾਮ ਹੈ ਉਹ ਦਿੱਤਾ ਗਿਆ, ਟਾਈਟਲ ਦਿੱਤਾ ਗਿਆ। ਖਬਰ ਇਹ ਆਈ ਹੈ ਕਿ ਸ਼੍ਰੀਲੰਕਾ ਦੇ ਵਿਸ਼ੇਸ਼ ਸਕੱਤਰ ਐਡਮਿਰਲ ਜੋ ਨਾਥ ਕੋਲੰਬੋ ਜੋ ਸੇਵਾ ਮੁਕਤ ਹੈ, ਉਹਨਾਂ ਨੇ ਕਿਹਾ ਕਿ ਦੇਸ਼ ਨੂੰ ਅਲੱਗ ਕਰਨ ਦੀ ਬਜਾਏ ਮਿਆਂਮਾਰ ਨੂੰ ਸ਼ਾਮਿਲ ਕਰਨਾ ਇਸ ਵਿੱਚ ਬਿਹਤਰ ਹੋਵੇਗਾ। ਮਿਆਂਮਾਰ ਦੇ ਫੌਜੀ ਪ੍ਰਸ਼ਾਸਨ ਦੇ ਵਿਦੇਸ਼ ਮੰਤਰੀ ਨੂੰ ਇਸ ਹਫ਼ਤੇ ਬਹੁ ਖੇਤਰੀ ਤਕਨੀਕੀ ਅਤੇ ਆਰਥਿਕ ਸਹਿਯੋਗ ਦੇ 5ਵੇਂ ਬੰਗਾਲ ਦੀ ਖਾੜੀ ਦੇ ਸਿਖਰ ਸੰਮੇਲਨ ਜਿਹੜਾ ਹੋਣਾ ਜਿਹੜਾ ਉਸਦੇ ਸੱਦੇ ਦੇਣ ਦੇ ਲਈ ਕੋਲੰਬੋ ਦੇ ਫੈਸਲੇ ਦੀ ਵਿਆਖਿਆ ਕਰਦੇ ਹੋਏ ਜਿਹੜੇ ਇਹ ਵਿਚਾਰ ਹੈ ਉਹ ਅਲੱਗ-ਥਲੱਗ ਕਰਨ ਦਾ ਜਿਹੜਾ ਇਹ ਵਿਚਾਰ ਹੈ ਉਸ ਨੂੰ ਪੇਸ਼ ਕੀਤਾ ਗਿਆ। ਦੇਖੋ ਆਓ ਅਸੀਂ ਇਸ ਬਾਰੇ ਜਾਣਦੇ ਹਾਂ। ਇਹ ਕੀ ਹੈ ਕਿ ਬਿਸਮਟੈਕ ਜਿਹੜਾ ਇਹ ਬਹੁ ਖੇਤਰੀ ਤਕਨੀਕੀ ਅਤੇ ਆਰਥਿਕ ਸਹਿਯੋਗ ਦੇ ਲਈ ਬੰਗਾਲ ਦੀ ਖਾੜੀ ਦੀ ਇੱਕ ਪਹਿਲ ਜਾਂ 7 ਦੱਖਣੀ ਏਸ਼ੀਆਈ ਅਤੇ ਦੱਖਣੀ ਪੂਰਬੀ ਏਸ਼ੀਆਈ ਦੇਸ਼ਾਂ ਦਾ ਇੱਕ ਅੰਤਰਰਾਸ਼ਟਰੀ ਸੰਗਠਨ ਹੈ ਜਿਸ ਦੇ ਵਿੱਚ 1.73 ਬਿਲੀਅਨ ਲੋਕ ਹੈ ਜਿਹੜੇ ਉਹ ਰਹਿੰਦੇ ਆ ਤੇ ਇਸ ਦਾ ਸੰਯੁਕਤ ਕੁੱਲ ਘਰੇਲੂ ਉਤਪਾਦ ਹੈ ਜਿਹੜਾ ਉਹ 3.8 ਟ੍ਰਿਲੀਅਨ ਹੈ। ਇਸ ਦੇ ਮੈਂਬਰ ਦੇਸ਼ ਬੰਗਲਾਦੇਸ਼ ਹੈ, ਭਾਵ ਕਿ ਇਹਨਾਂ ਦੀ ਸ਼ਮੂਲੀਅਤ ਹੈ ਜਿਹੜੀ ਉਹ ਇਹਨਾਂ ਦੀ ਭਾਗੀਦਾਰੀ ਹੈਗੀ ਹੈ ਬਰਾਬਰ ਹੈ। ਇਸ ਦੇ ਵਿੱਚ ਇਹਨਾਂ ਦੇ ਵਿੱਚ ਹੈਗੇ ਹੈ ਇਸ ਸੰਗਠਨ ਦੇ ਵਿੱਚ ਸ਼ਾਮਿਲ ਹੈ ਬੰਗਲਾਦੇਸ਼ ਹੈ, ਭੂਟਾਨ ਹੈ, ਭਾਰਤ ਹੈ, ਮਿਆਂਮਾਰ, ਨੇਪਾਲ, ਸ਼੍ਰੀਲੰਕਾ, ਥਾਈਲੈਂਡ, ਬੰਗਾਲ ਦੀ ਖਾੜੀ ਤੇ ਇਹ ਜਿਹੜੇ ਇਹ ਨਿਰਭਰ ਦੇਸ਼ ਹੈ ਇਹ ਸ਼ਾਮਿਲ ਹੈ। ਸਹਿਯੋਗ ਦੇ 14 ਤਰਜੀਹਾਂ ਖੇਤਰਾਂ ਦੀ ਪਛਾਣ ਕੀਤੀ ਗਈ ਹੈ ਤੇ ਉਹਨਾਂ ਖੇਤਰਾਂ ਤੇ ਧਿਆਨ ਕੇਂਦਰਿਤ ਕਰਨ ਦੇ ਲਈ ਕਈ ਅਜਿਹੇ ਹੀ ਕੇਂਦਰ ਹੈ ਜਿਹੜੇ ਉਹ ਵੱਖ-ਵੱਖ ਥਾਵਾਂ ਤੇ ਸਥਾਪਿਤ ਕੀਤੇ ਗਏ। ਹੁਣ ਦੇਖੋ ਇਹ ਮੁੱਖ ਵਪਾਰ ਸਮਝੌਤਾ ਹੈ, ਇਸ ਦੇ ਗੱਲਬਾਤ ਹੈ ਜਿਹੜੀ ਉਹ ਚੱਲ ਰਹੀ ਹੈ ਜਿਸ ਨੂੰ ਮਿਨੀ ਸਾਰਕ ਵੀ ਕਿਹਾ ਜਾਂਦਾ ਹੈ। ਸਥਾਈ ਸਕੱਤਰੇਤ ਢਾਕਾ ਇਸ ਦਾ ਜਿਹੜਾ ਹੈਗਾ ਉਹ ਬੰਗਲਾਦੇਸ਼ ਦੇ ਵਿੱਚ ਹੈਗਾ। ਚੇਅਰਮੈਨ ਦੇ ਲਈ ਵਰਣਮਾਲਾ ਦੇ ਕ੍ਰਮ ਦੀ ਵਰਤੋਂ ਉਹ ਕਰਦਾ ਹੈ। ਹੁਣ ਜੇਕਰ ਅਸੀਂ ਗੱਲ ਕਰੀਏ ਇਸ ਦੀ ਚੇਅਰਮੈਨਸ਼ਿਪ ਦੀ ਤਾਂ ਬੰਗਲਾਦੇਸ਼ ਸ਼ੁਰੂ ਤੋਂ ਕਰਕੇ ਵਾਰੀ-ਵਾਰੀ ਜਿਹੜੇ ਹੈ ਜਿੰਨੇ ਵੀ ਇਹ ਜਿਹੜੇ ਦੇਸ਼ ਹੈ, ਭਾਵ ਕਿ ਇਹ ਸ਼ੁਰੂ ਹੋਇਆ ਸੀ ਬੰਗਲਾਦੇਸ਼ ਤੋਂ ਤੇ ਹੌਲੀ-ਹੌਲੀ ਜਿਹੜੀ ਇਸ ਦੀ ਭਾਗੀਦਾਰੀ ਹੈ ਜਿਹੜੇ ਇਹ ਵਾਲੇ ਦੇਸ਼ ਹੈ ਜੋ ਨੇਪਾਲ ਹੋ ਗਿਆ, ਭਾਰਤ ਹੋ ਗਿਆ, ਮਿਆਂਮਾਰ ਹੋ ਗਿਆ, ਥਾਈਲੈਂਡ ਹੋ ਗਿਆ, ਇਹ ਕਰ ਰਹੇ। ਸੋ ਇਸ ਪ੍ਰਕਾਰ ਇਹ ਸਨ ਸਾਡੇ ਅੱਜ ਦੇ ਕੁਝ ਮੇਨ ਮਸਲੇ, ਕੁਝ ਨਮੂਨੇ ਮੁੱਦੇ। ਸੋ ਧੰਨਵਾਦ।